ਹੈਲੋ एवरीवन एग्जाम ओरिएंटेड टॉपिक्स यूट्यूब चैनल ਤੇ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਆਪਣਾ ਲੈਕਚਰ ਹੈ ਉਹ ਹੈ ਇੱਕ ਕੁਐਸਚਨ ਮਾਰਕ, ਇੱਕ ਕਨਫਿਊਜ਼ਨ ਕਿ ਇਕਨੋਮਿਕਸ ਕੀ ਹੁੰਦੀ ਹੈ, ਇਕਨੋਮੀ ਕੀ ਹੁੰਦੀ ਹੈ, ਇਕਨੋਮਿਕ ਗਰੋਥ ਕੀ ਹੁੰਦੀ ਹੈ, ਇਕਨੋਮਿਕ ਡਿਵੈਲਪਮੈਂਟ ਕੀ ਹੁੰਦੀ ਹੈ। ਸੋ ਇਹਨਾਂ ਚਾਰਾਂ ਨੂੰ ਆਪਾਂ ਬੜੇ ਆਸਾਨੀ ਤਰੀਕੇ ਨਾਲ ਸਮਝਾਂਗੇ, ਆਪਣੇ ਆਪ ਨਾਲ ਰਿਲੇਟ ਕਰਕੇ ਇਸ ਨੂੰ ਆਪਾਂ ਈਜ਼ੀਲੀ ਅੰਡਰਸਟੈਂਡ ਕਰ ਸਕਦੇ ਹਾਂ। ਟਾਈਮ ਨਾ ਵੇਸਟ ਕਰਦੇ ਹੋਏ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇਕਨੋਮਿਕਸ ਤੇ ਇਕਨੋਮੀ, ਠੀਕ ਹੈ। ਇਕਨੋਮਿਕਸ ਤੇ ਇਕਨੋਮੀ ਵਿੱਚ ਕੀ ਫਰਕ ਹੈ, ਦੋ ਚੀਜ਼ਾਂ ਦਾ ਧਿਆਨ 'ਚ ਰੱਖਣਾ। ਜਦੋਂ ਵੀ ਤੁਸੀਂ ਸਟੱਡੀ ਕਰਦੇ ਹੋ ਹੈ ਨਾ, ਥਿਊਰੀ ਪੜ੍ਹਦੇ ਹੋ, ਇੱਕ ਸਮਝਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਹੜਾ ਢਾਂਚਾ ਕਿਸ ਤਰ੍ਹਾਂ ਦਾ ਹੈ, ਯਾਨੀ ਕਿ ਇਸ ਵਿੱਚ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹੋ ਇਸ ਚੀਜ਼ ਦਾ ਕਿਆ ਮੀਨਿੰਗ ਹੈ ਨਾ, ਅਤੇ ਇਸ ਚੀਜ਼ ਨੂੰ ਇਹ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ, ਇਸ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ। ਜਿਵੇਂ ਸਪੋਜ਼ ਕਰੋ ਕੋਈ ਚੀਜ਼ ਦੀ ਡੈਫੀਨੇਸ਼ਨ ਹੁੰਦੀ ਹੈ ਵਟ ਇਜ਼, ਹੈ ਨਾ, ਉਸ ਤੋਂ ਬਾਅਦ ਉਹਦੇ ਤੁਸੀਂ ਫੀਚਰ ਜਾਣਦੇ ਹੋ, ਐਡਵਾਂਟੇਜਸ, ਡਿਸਐਡਵਾਂਟੇਜਸ, ਸਟੈਪਸ ਟੂ ਇੰਪਰੂਵ, ਇਹ ਸਾਰੀ ਚੀਜ਼ਾਂ ਜਾਣਦੇ ਹੋ ਹੈ ਨਾ। ਜਦੋਂ ਵੀ ਆਪਾਂ ਜਦੋਂ ਵੀ ਤੁਸੀਂ +1 +2 'ਚ ਹੋਵੋਗੇ ਜਾਂ ਕੋਈ 11ਵੀਂ 12ਵੀਂ ਤੋਂ ਇਲਾਵਾ ਤੁਸੀਂ ਗ੍ਰੈਜੂਏਸ਼ਨ ਕਰ ਰਹੇ ਹੋਵੋਗੇ, ਤੁਹਾਨੂੰ ਇਵੇਂ ਕਰਨਾ ਆਉਂਦਾ ਕਿ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਂਦਾ ਵਟ ਇਜ਼, ਅਤੇ ਉਸ 'ਤੇ ਤੁਹਾਨੂੰ ਐਡਵਾਂਟੇਜ ਡਿਸਐਡਵਾਂਟੇਜ ਦੱਸਣੇ ਹੁੰਦੇ ਆ ਜਾਂ ਪ੍ਰੋਸ ਐਂਡ ਕੋਨਸ ਦੱਸਣੇ ਹੁੰਦੇ ਆ। ਉਹੀ ਚੀਜ਼ ਆਪਾਂ ਇਕਨੋਮਿਕਸ 'ਚ ਲਗਾਉਂਦੇ ਹਾਂ, ਉਹੀ ਚੀਜ਼ ਆਪਾਂ ਇਕਨੋਮਿਕਸ 'ਚ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਇਹ ਕਹਿੰਦਾ ਜੀ ਕਿ ਜਿਹੜੀ ਸੁਸਾਇਟੀ ਵਿੱਚ ਰਿਸੋਰਸਿਸ ਨੇ ਉਸ ਨੂੰ ਆਪਾਂ ਸਟੱਡੀ ਕਰਦੇ ਹਾਂ ਤਾਂ ਕਿ ਇਹ ਜਾਣ ਸਕੀਏ ਕਿ ਉਹਨਾਂ ਰਿਸੋਰਸਿਸ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ, ਉਹ ਇਕਨੋਮਿਕਸ ਕਹਿੰਦਾ ਹੈ ਨਾ। ਮਗਰ ਰਿਐਲਿਟੀ ਕਦੋਂ ਆਉਂਦੀ ਹੈ, ਜਦੋਂ ਤੁਸੀਂ ਪੜ੍ਹ ਲਿਖ ਜਾਂਦੇ ਹੋ, ਨੌਕਰੀ 'ਤੇ ਜਾਣ ਲੱਗਦੇ ਹੋ, ਨੌਕਰੀ 'ਤੇ ਤੁਹਾਨੂੰ ਆਪਣਾ ਪੜ੍ਹਿਆ ਹੋਇਆ ਕੁਛ ਯਾਦ ਆਉਂਦਾ, ਕੁਛ ਨਹੀਂ ਆਉਂਦਾ, ਤੁਹਾਨੂੰ ਇੱਕ ਵਾਰੀ ਦੁਬਾਰਾ ਮਤਲਬ ਆਪਣੇ ਆਪ ਨੂੰ ਪਿੱਛੇ ਲੈ ਕੇ ਜਾਣਾ ਪੈਂਦਾ, ਰਿਵਾਈਵ ਕਰਨਾ ਪੈਂਦਾ, ਕੁਛ ਨੋਟਸ ਬਣਾਉਣੇ ਪੈਂਦੇ ਆ ਤਾਂ ਕਿ ਸਟੱਡੀ ਦੀ ਜਦੋਂ ਮੈਂ ਪ੍ਰੈਜੈਂਟੇਸ਼ਨ ਦੇਵਾਂਗਾ ਉੱਥੇ ਨੌਕਰੀ 'ਚ ਜਾ ਕੇ ਉਸ ਵਕਤ ਮੈਨੂੰ ਯਾਦ ਆ ਜਾਏ ਕਿ ਮੈਨੇ ਪੜ੍ਹਿਆ ਕੀ ਸੀ, ਆਪਣੇ ਜਦੋਂ ਕਾਲਜ ਦੇ ਟਾਈਮ 'ਤੇ ਕਿਆ ਪੜ੍ਹਿਆ ਸੀ, ਉਸ ਚੀਜ਼ ਨੂੰ ਐਪਲੀਕੇਸ਼ਨ 'ਚ ਲਿਆਉਣਾ। ਉਹੀ ਚੀਜ਼ ਇਕਨੋਮੀ ਕਰਦੀ ਹੈ, ਉਹੀ ਚੀਜ਼ ਇਕਨੋਮੀ ਕਰਦੀ ਹੈ। ਇਕਨੋਮੀ ਕੀ ਕਰਦੀ ਹੈ, ਤੁਹਾਡੇ ਸਾਹਮਣੇ ਸਿਚੁਏਸ਼ਨ ਰੱਖ ਦੇਗੀ, ਇਹ ਸਾਡੀ ਬਾਉਂਡਰੀ ਹੈ, ਇਹ ਸਾਡੇ ਲੋਕ ਹੈ, ਇਹ 'ਚ ਇੰਨੀ ਪਾਵਰਟੀ ਹੈ ਨਾ, ਇੰਨੇ ਸਾਡੇ ਕੋਲ ਰਿਸੋਰਸਿਸ ਹੈ ਅਤੇ ਇਹ ਕੰਟਰੀ ਦੀ ਡਿਮਾਂਡ ਹੈ ਨਾ। ਹੁਣ ਦੱਸੋ ਜਿਹੜੀ ਤੁਸੀਂ ਪੜ੍ਹਾਈ ਕਰਕੇ ਆਏ ਹੋ ਉਹਦਾ ਇਸ 'ਤੇ ਕਿਵੇਂ ਯੂਜ਼ ਕਰੋਗੇ, ਉਹ ਹੋ ਜਾਏਗੀ ਆਪਣੀ ਇਕਨੋਮੀ। ਇਕਨੋਮਿਕਸ ਕੀ ਹੋਗੀ, ਸਟੱਡੀ, ਥਿਊਰੀ। ਸਮਝ ਗਏ, ਰਿਲੇਟ ਕਰ ਗਏ ਨਾ ਕਿ ਨੌਕਰੀ ਕਰਦੇ ਵਕਤ ਅੱਜ ਦਾ ਡਿਮਾਂਡ ਕੀ ਹੈ ਜਿਹੜੇ ਆਪਣੀ ਇੰਡਸਟਰੀ ਦੀ, ਕਿ ਜੋ ਉਹਨਾਂ ਦੀ ਡਿਮਾਂਡ ਹੈ ਉਹ ਨੌਕਰੀ 'ਚ ਸਾਨੂੰ ਨਹੀਂ ਦੇਖਣ ਨੂੰ ਮਿਲ ਰਹੀ। ਬੱਚੇ ਉਹ ਚੀਜ਼ ਨਹੀਂ ਲੈ ਕੇ ਆ ਪਾ ਰਹੇ, ਕਿਉਂ? ਕਿਉਂਕਿ ਜੋ ਪੜ੍ਹ ਰਹੇ ਨੇ ਉਹ ਬਹੁਤ ਹੀ ਅਪਡੇਟਿਡ ਨਹੀਂ ਹੈ ਨਾ, ਬਹੁਤ ਹੀ ਪੁਰਾਣਾ ਪੜ੍ਹ ਰਹੇ ਨੇ। ਉਸ ਵਿੱਚ ਜਿਹੜੀ ਦੀਵਾਰ ਖੜੀ ਹੋ ਰਹੀ ਹੈ, ਇਸੀ ਚੀਜ਼ ਦੀ ਪ੍ਰੋਬਲਮ ਬਣ ਰਹੀ ਹੈ ਅੱਜ ਦੇ ਸਮਾਜ ਵਿੱਚ। ਮੈਂ ਤੁਹਾਨੂੰ ਰਿਲੇਟ ਕਰ ਰਿਹਾ, ਬਟ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇਕਨੋਮਿਕਸ ਕੀ ਹੈ, ਕਿ ਇੱਕ ਥਿਊਰੀ ਹੈ, ਸਟੱਡੀ ਬੇਸ ਹੈ ਕਿ ਹਾਂ ਇਸ ਨੂੰ ਇਸ ਤਰ੍ਹਾਂ ਕੀਤਾ ਜਾ ਸਕਦਾ। ਇੱਕ ਇਮੈਜੀਨੇਸ਼ਨ ਹੈ, ਇੱਕ ਸਟੱਡੀ ਹੈ, ਪ੍ਰੋਪਰ ਮਤਲਬ ਆਪਣਾ ਦਿਮਾਗ ਲੱਗਦਾ ਹੈ। ਮਗਰ ਜਦੋਂ ਰਿਐਲਿਟੀ ਕਦੋਂ ਹੁੰਦੀ ਹੈ, ਜਦੋਂ ਆਪਾਂ ਨੇ ਕਰਨਾ ਹੁੰਦਾ, ਜਦੋਂ ਆਪਣੀ ਜੋਬ ਲੱਗਦੀ ਹੈ ਨਾ, ਉਹ ਆਪਾਂ ਜਦੋਂ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਉਸ ਟਾਈਮ ਯਾਦ ਆਉਣਾ ਚਾਹੀਦਾ ਹੈ, ਅੱਛਾ ਅਸੀਂ ਉਸ ਟਾਈਮ ਇਹ ਪੜ੍ਹਿਆ ਸੀ, ਉਹਦੀ ਇਹ ਐਪਲੀਕੇਸ਼ਨ ਹੈ ਨਾ, ਉਸ ਨੂੰ ਇਸ ਤਰ੍ਹਾਂ ਲਾਗੂ ਕਰਨਾ ਸੀ। ਹੁਣ ਟਾਈਮ ਆਇਆ, ਹੁਣ ਦੇਖਦੇ ਹਾਂ ਆਪਾਂ ਕਿਵੇਂ ਲਾਗੂ ਕਰਦੇ ਹਾਂ। ਉਸ ਵਿੱਚ ਬੜੇ ਸਾਰੇ ਫੈਕਟਰ ਆ ਜਾਂਦੇ ਨੇ, ਤੁਹਾਡਾ ਪ੍ਰੈਸ਼ਰ ਆ ਜਾਂਦਾ ਹੈ, ਸਿਚੁਏਸ਼ਨ ਆ ਜਾਂਦੀ ਹੈ, ਉਸ ਵਕਤ ਆਪਣੇ ਆਪ ਨੂੰ ਸਹੀ ਰੱਖਣਾ, ਸਹੀ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਉਹ ਚੀਜ਼ ਇਕਨੋਮਿਕਸ ਹੈ, ਠੀਕ ਹੈ। ਇਕਨੋਮਿਕਸ ਕਹਿੰਦੀ ਹੈ ਤੁਸੀਂ ਪੜ੍ਹਿਆ ਲਿਖਿਆ, ਚਲੋ ਠੀਕ ਹੈ, ਆਹ ਕੰਟਰੀ ਹੈ, ਆਹ ਕੰਟਰੀ ਦੇ ਰਿਸੋਰਸਿਸ ਹੈ, ਆਹ ਇਸ ਦਾ ਇਹ ਮਤਲਬ ਡਿਮਾਂਡ ਹੈ, ਉਰੇ ਇਸ ਤਰ੍ਹਾਂ ਦੀ ਪ੍ਰੋਬਲਮਸ ਚੱਲ ਰਹੀਆਂ, ਉਰੇ ਇੰਪਲੋਇਮੈਂਟ ਨਹੀਂ ਹੈ, ਦੱਸੋ ਕਿਸ ਤਰ੍ਹਾਂ ਯੂਜ਼ ਕਰੋਗੇ, ਉਹ ਕਹਿ ਦੇਗੀ ਆਪਣੀ ਇਕਨੋਮੀ। ਸਮਝ ਗਏ ਨਾ। ਚਲੋ ਅਗਲਾ ਪੁਆਇੰਟ ਪੜ੍ਹਦੇ ਹਾਂ ਆਪਾਂ। ਕਹਿੰਦੇ ਬੇਸਿਕਲੀ ਇਹ ਸਟੱਡੀ ਕਿਹਦੀ ਕਰਦਾ, ਬਿਹੇਵੀਅਰ ਆਫ ਇਕਨੋਮੀ ਦੀ, ਹੈ ਨਾ। ਆਪਾਂ ਉਹਦਾ ਬਿਹੇਵੀਅਰ ਜਾਣਦੇ ਹਾਂ ਇਕਨੋਮੀ ਦਾ, ਸਮਝ ਗਏ। +1 +2 ਪਹਿਲੀ ਤੋਂ ਲੈ ਕੇ 10ਵੀਂ ਤੱਕ ਤੁਸੀਂ ਸਾਰਾ ਪੜ੍ਹਦੇ ਹੋ, ਬੇਸਿਕ ਮੈਥ ਸਭ ਕੁਝ ਪੜ੍ਹ ਲੈਂਦੇ ਹੋ। ਐਪਲੀਕੇਬਲ ਕਿੱਥੇ ਹੁੰਦਾ, ਐਪਲੀਕੇਬਲ ਕਿੱਥੇ ਹੋਏਗੀ ਇਹ ਚੀਜ਼ਾਂ? ਜੇ ਮੈਂ ਮੋਸਟਲੀ ਗੱਲ ਕਰਾਂ, ਸਾਇੰਸ ਦੀ ਐਪਲੀਕੇਸ਼ਨ ਹੋ ਸਕਦੀ ਹੈ, ਇਕਨੋਮਿਕਸ ਦੀ ਐਪਲੀਕੇਸ਼ਨ ਹੋ ਸਕਦੀ ਹੈ, ਬੜੀ ਚੀਜ਼ਾਂ ਦੀ ਹੋ ਸਕਦੀ ਹੈ। ਐਸਾ ਨਹੀਂ ਹੈ ਕਿ ਇਕੱਲੀ ਨੌਕਰੀ 'ਚ ਹੋਏਗੀ। ਤੁਸੀਂ ਅੱਗੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਤੁਹਾਡਾ 10ਵੀਂ 'ਚ ਪੜ੍ਹਿਆ ਹੋਇਆ ਮੈਂ ਤੁਹਾਡੇ ਅੱਜ ਕੰਮ ਆ ਜਾਏਗਾ, ਜਾਂ ਮਤਲਬ ਤੁਹਾਡਾ ਜਿਹੜਾ ਬੇਸ ਸਟਰੋਂਗ ਸੀ 6ਵੀਂ 7ਵੀਂ ਦਾ, ਅੱਜ ਕੰਮ ਆ ਰਿਹਾ, ਐਪਲੀਕੇਬਲ ਹੋ ਰਿਹਾ। ਤੁਹਾਡੇ ਸਾਹਮਣੇ ਸਿਚੁਏਸ਼ਨ ਕੀ ਆ ਗਈ, ਨੌਕਰੀ ਆ ਗਈ, ਸਰਕਾਰੀ ਨੌਕਰੀ ਆ ਗਈ। ਹੁਣ ਉਹਦੇ ਲਈ ਇਹ ਡਿਮਾਂਡ ਹੈ, ਇੰਨੇ ਸੈਕਿੰਡ ਤੁਹਾਨੂੰ ਆਪਣਾ ਪੇਪਰ ਕਲੀਅਰ ਕਰਨਾ ਹੈ, ਤਾਂ ਤੁਸੀਂ ਜੋ 8ਵੀਂ 10ਵੀਂ ਦਾ ਬੇਸ ਬਣਾਇਆ ਸੀ ਉਸ ਬੇਸ ਦੇ ਆਧਾਰ 'ਤੇ ਤੁਸੀਂ ਆਪਣਾ ਵੀ ਥੋੜ੍ਹਾ ਦਿਮਾਗ ਲੜਾਓਗੇ, ਦੇਖੋਗੇ ਕਿ ਮੈਂ ਕਿੰਨਾ ਫਾਸਟ ਕਰ ਸਕਦਾ। ਉਹ ਹੀ ਇਕਨੋਮਿਕਸ ਹੈ, ਇਹ ਬਾਉਂਡਰੀ ਤੈਅ ਕਰ ਦਿੰਦਾ। ਆਪਣਾ ਇੰਡੀਆ ਹੈ, ਇਹਨੂੰ ਆਪਣੇ ਇੰਡੀਆ ਨਾਲ ਲੈ ਕੇ ਚਲੋ, ਉਰੇ ਇੰਡੀਅਨ ਲਿਖ ਲਓ, ਇੰਡੀਅਨ ਇਕਨੋਮੀ। ਕੀ ਆਪਣੇ ਉਰੇ ਤੁਸੀਂ ਦੇਖ ਰਹੇ ਹੋ ਰਿਸੋਰਸਿਸ ਘੱਟ ਹੈ, ਆਪਣੇ ਉਰੇ ਸਿਚੁਏਸ਼ਨ ਕਿੰਨੀ ਅਲੱਗ-ਅਲੱਗ ਹੈ, ਹਰੇਕ ਪ੍ਰਾਂਤ ਦੀ ਸਿਚੁਏਸ਼ਨ ਅਲੱਗ ਹੈ। ਆਪਣੇ ਪੰਜਾਬ ਦੀ ਡਿਮਾਂਡ ਅਲੱਗ ਹੈ ਨਾ, ਪੰਜਾਬ ਦੀ ਅਲੱਗ ਇਕਨੋਮਿਕਸ ਹੈ, ਓਵਰਆਲ ਇਕਨੋਮਿਕਸ ਵੀ ਚੱਲਦੀ ਹੈ, ਸੈਂਟਰਲ ਦੀ, ਸਟੇਟ ਦੀ ਵੀ ਚੱਲਦੀ ਹੈ, ਅਲੱਗ-ਅਲੱਗ ਡਿਮਾਂਡਸ ਹੈ ਨਾ। ਇਹ ਹੋ ਗਿਆ ਐਪਲੀਕੇਸ਼ਨ, ਕਿ ਮਾਹੌਲ ਦੇਤਾ ਤੁਹਾਨੂੰ, ਹੁਣ ਤੁਸੀਂ ਆਪਣੀ ਸਟੱਡੀ ਨੂੰ ਉਰੇ ਅਪਲਾਈ ਕਰੋ, ਕਹਿਣ ਦਾ ਭਾਵ। ਸਮਝ ਗਏ ਨਾ। ਚਲੋ ਠੀਕ ਹੈ। ਹੁਣ ਉਸ ਤੋਂ ਬਾਅਦ ਆਪਾਂ ਅਗਲਾ ਦੇਖਦੇ ਹਾਂ। ਇਹ ਤੁਹਾਨੂੰ ਸਮਝ ਆ ਗਿਆ, ਬਸ ਇਸ ਚੀਜ਼ 'ਚ ਸਮਝਾਉਣਾ ਸੀ ਕਿ ਜੋ ਤੁਹਾਡੇ ਪ੍ਰਿੰਸੀਪਲਸ ਪੜ੍ਹਿਆ ਉਰੇ ਤੁਹਾਨੂੰ ਉਹਨੂੰ ਅਪਲਾਈ ਕਰਨੇ, ਟਰਾਈ ਕਰਨਾ ਉਹਨਾਂ ਨੂੰ।
ਸਮਝ ਗਏ। ਹੁਣ ਅੱਗੇ ਦੇਖੋ, ਅਗਲਾ ਆਪਣਾ ਪੁਆਇੰਟ ਹੈਗਾ ਇਕਨੋਮਿਕ ਗਰੋਥ ਕੀ ਹੁੰਦੀ ਹੈ, ਇਕਨੋਮਿਕ ਡਿਵੈਲਪਮੈਂਟ ਕੀ ਹੁੰਦੀ ਹੈ। ਇਸ ਵਿੱਚ ਬੱਚੋ ਬਹੁਤ ਕਨਫਿਊਜ਼ਨ ਹੁੰਦੀ ਹੈ। MCQ ਇਸੇ ਤਰੀਕੇ ਨਾਲ ਪੁੱਛਿਆ ਜਾਂਦਾ ਹੈ। ਇਹ ਨਹੀਂ ਪੁੱਛਿਆ ਜਾਏਗਾ ਕਿ ਇਕਨੋਮਿਕ ਡਿਵੈਲਪਮੈਂਟ ਕੀ ਹੁੰਦੀ ਹੈ, ਇਕਨੋਮਿਕ ਗਰੋਥ ਕੀ ਹੁੰਦੀ ਹੈ। ਤੁਹਾਨੂੰ ਇਕਨੋਮਿਕ ਡਿਵੈਲਪਮੈਂਟ ਰਿਲੇਟਡ ਕੁਝ ਫੈਕਟਰਸ ਦੇ ਦਿੱਤੇ ਜਾਣਗੇ। ਉਹ ਇਹ ਪੁੱਛ ਲੈਣਗੇ ਕਿ ਇਸ ਵਿੱਚ ਦੱਸੋ ਕਿਹੜੇ ਕਿਹੜੇ ਫੈਕਟਰਸ ਇਕਨੋਮਿਕ ਡਿਵੈਲਪਮੈਂਟ ਕਰਦੇ ਨੇ, ਹੈ ਨਾ। ਤਾਂ ਤੁਹਾਨੂੰ ਪਹਿਲੇ ਇਹ ਤਾਂ ਪਤਾ ਹੋਣਾ ਚਾਹੀਦਾ ਇਹ 'ਚ ਡਿਫਰੈਂਸ ਕੀ ਹੈ, ਤਾਂ ਹੀ ਤੁਸੀਂ ਜਾਣ ਪਾਓਗੇ ਕਿ ਕਿਹੜੇ ਕਿਹੜੇ ਫੈਕਟਰ ਇਕਨੋਮਿਕ ਡਿਵੈਲਪਮੈਂਟ ਲਈ ਨੇ ਤੇ ਕਿਹੜੇ ਕਿਹੜੇ ਇਕਨੋਮਿਕ ਗਰੋਥ ਲਈ ਨੇ, ਹੈ ਨਾ। ਧਿਆਨ ਨਾਲ ਪੜੋ ਮੀਨਿੰਗ। ਪਹਿਲੇ ਕਹਿੰਦੇ ਇਕਨੋਮਿਕ ਗਰੋਥ ਕੀ ਹੈ, ਇੱਕ ਪੋਜ਼ਿਟਿਵ ਚੇਂਜ ਲਿਆਉਂਦਾ ਰੀਅਲ ਆਊਟਪੁੱਟ ਵਿੱਚ। ਮਤਲਬ ਰੀਅਲ ਆਊਟਪੁੱਟ ਕਿਵੇਂ ਹੋਗੀ, ਜੇਬ ਚੋਂ, ਜਿਵੇਂ ਤੁਹਾਡੀ ਜੇਬ ਹੈ, ਠੀਕ ਹੈ, ਮਤਲਬ ਜੇਬ 'ਚ ਅੱਜ ਕਿੰਨੇ 10 ਰੁਪਏ ਹੈ, ਕੱਲ 20 ਰੁਪਏ ਹੋ ਜਾਣਗੇ। ਆਊਟਪੁੱਟ ਰਿਹਾ ਨਾ, ਰੀਅਲ ਆਊਟਪੁੱਟ ਮਤਲਬ ਤੁਹਾਨੂੰ ਅੱਖਾਂ ਨੂੰ ਦਿਖ ਰਿਹਾ ਹੈ ਕਿ ਫੈਕਟ ਦਿਖ ਰਿਹਾ ਕਿ ਇਹ ਚੀਜ਼ ਵੱਧ ਰਹੀ ਹੈ। ਮੈਂ ਸਿਰਫ ਹੱਲੇ ਉਸ ਨੂੰ ਮੈਂ ਇਕਨੋਮਿਕਸ ਨਾਲ ਰਿਲੇਟ ਨਹੀਂ ਕਰ ਰਿਹਾ, ਤੁਹਾਨੂੰ ਸਿੰਪਲ ਚੀਜ਼ ਨੂੰ ਸਮਝਾ ਰਿਹਾ। ਤੁਹਾਨੂੰ ਅੱਖਾਂ ਨਾਲ ਦਿਖ ਰਿਹਾ ਕਿ ਹਾਂ ਇਹ ਅੱਜ ਇੰਨੇ ਹੋ ਗਏ ਨੇ, 10 ਤੋਂ 20 ਹੋ ਗਏ ਨੇ, 20 ਤੋਂ 30 ਹੋ ਗਏ ਨੇ, ਹੈ ਨਾ। ਉਸ ਨੂੰ ਜਦੋਂ ਆਪਾਂ ਇਕਨੋਮਿਕਸ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਟੋਟਲ ਆਊਟਪੁੱਟ ਕਿੰਨੀ ਵਧੀ ਹੈ, ਆਪਣੀ ਪ੍ਰੋਡਕਸ਼ਨ ਕਿੰਨੀ ਹੋਈ ਹੈ, ਸਰਵਿਸਿਜ਼ ਕਿੰਨੀ ਵਧੀ ਹੈ। ਜਦੋਂ ਆਪਾਂ GDP ਕਾਊਂਟ ਕਰਦੇ ਹਾਂ, ਹੈ ਨਾ, GDP ਆਪਾਂ ਦੇਖਦੇ ਹਾਂ ਪੂਰੇ ਇੱਕ ਸਾਲ ਦੀ ਕਿੰਨੀ ਪ੍ਰੋਡਕਸ਼ਨ ਹੋਈ ਹੈ, ਕਿੰਨੀ ਸਰਵਿਸਿਜ਼ ਆਈਆਂ, ਉਹਦੀ ਜਿਹੜੀ ਕਾਊਂਟ ਨਿਕਲ ਕੇ ਸਾਹਮਣੇ ਆਉਂਦਾ, GDP ਦੀ ਜਿਹੜੀ ਫਿਗਰ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹੀ ਸਾਡੀ ਇਕਨੋਮਿਕ ਗਰੋਥ ਨੂੰ ਦਰਸਾਉਂਦੀ ਹੈ ਕਿ ਅੱਜ ਆਪਣੀ ਜਿਹੜੀ ਗਰੋਥ ਹੈ, ਮਤਲਬ ਜੇ GDP ਦੀ ਗੱਲ ਕਰਾਂ 8% ਹੋ ਗਈ ਹੈ, 7% ਹੋ ਗਈ ਹੈ, 6% ਹੋ ਗਈ ਹੈ, ਨੈਗੇਟਿਵ 'ਚ ਚਲੀ ਗਈ ਹੈ, ਇਕਨੋਮਿਕ ਗਰੋਥ ਨੈਗੇਟਿਵ 'ਚ ਜਾਣ ਲੱਗ ਪਈ ਹੈ, ਵੱਧ ਨਹੀਂ ਰਹੀ ਹੈ ਨਾ। ਇਹ ਸਾਰੀ ਚੀਜ਼ਾਂ ਸਾਨੂੰ ਇਕਨੋਮਿਕ ਗਰੋਥ ਦੱਸਦੀਆਂ, ਇਹ ਸਿਰਫ ਰੀਅਲ ਫੈਕਟ ਦੱਸਦੀਆਂ। ਓਕੇ, ਤਾਂ ਹੀ ਇਸ ਦਾ ਬੇਸ ਜਿਹੜਾ ਬਹੁਤ ਨੈਰੋ ਹੈ। ਤੁਸੀਂ ਕਹੋਗੇ ਨੈਰੋ ਕਿਉਂ ਹੈ, ਸਾਰੇ ਕਿੱਥੇ ਕਹਾਣੀਆਂ ਤਾਂ GDP ਦੀ ਚੱਲਦੀਆਂ। ਮੈਂ ਤੁਹਾਨੂੰ ਅੱਗੇ ਜਦੋਂ ਇਹ ਪੜ੍ਹਾਵਾਂਗਾ ਨਾ, ਤੁਹਾਨੂੰ ਆਪੇ ਸਮਝ ਆ ਜਾਏਗਾ ਕਿ ਇਹ ਕਿਉਂ ਨੈਰੋ ਹੈ। ਸਮਝ ਗਏ। ਇਸ ਵਿੱਚ ਆਪਾਂ ਸਿਰਫ GDP ਦੇ ਮਤਲਬ ਫਿਗਰਸ ਦੇਖਣ ਨੂੰ ਮਿਲਦੇ ਆ, ਇਨਕਰੀਜ਼ ਹੁੰਦੇ ਆ, ਪਰ ਕੈਪੀਟਲ ਇਨਕਮ ਇਨਕਰੀਜ਼ ਹੋਈ ਦੇਖਣ ਨੂੰ ਮਿਲਦੀ ਹੈ, ਮਗਰ ਇਹ ਸ਼ੋਰਟ ਟਰਮ ਪ੍ਰੋਸੈਸ ਹੈ। ਸ਼ੋਰਟ ਟਰਮ ਪ੍ਰੋਸੈਸ ਕਿਉਂ ਹੈ, ਕਿਉਂਕਿ ਤੁਸੀਂ ਦੇਖਿਆ ਹੁਣ ਕੋਵਿਡ ਦੇ ਸਮੇਂ ਕੀ ਹੋ ਗਿਆ, ਕੋਵਿਡ ਦੇ ਸਮੇਂ ਪਿੱਛੇ ਚਲੀ ਗਈ ਨਾ GDP। ਤਾਂ GDP ਤਾਂ ਕਿਸੇ ਆਮ ਇਨਸਾਨ ਨਾਲ ਕੋਈ ਰੈਲੀਵੈਂਟਸ ਹੈ ਪੂਰੇ ਤਰੀਕੇ ਨਾਲ। ਇੱਕ ਕੰਟਰੀ ਦੀ ਗਰੋਥ ਵੀ ਅੱਛਾ ਹੈ, ਬਟ ਆਮ ਇਨਸਾਨ ਨੂੰ ਇਸ ਨਾਲ ਕੀ ਲੈਣਾ ਦੇਣਾ। ਆਮ ਇਨਸਾਨ ਦਾ ਇੰਨਾ ਨਹੀਂ ਪ੍ਰਭਾਵ ਪਏਗਾ। ਸਮਝ ਗਏ। ਆਮ ਇਨਸਾਨ ਨੇ ਤਾਂ ਭਾਵੇਂ GDP ਜਿੰਨੀ ਮਰਜ਼ੀ ਉੱਚੀ ਜਾਂਦੀ ਜਾਵੇ ਤਾਂ ਵੀ ਬੇਰੁਜ਼ਗਾਰੀ ਦਿਖਦੀ ਹੋਏ, ਹੈ ਨਾ। ਮੈਂ ਤੁਹਾਨੂੰ ਨਾਲ ਦੀ ਨਾਲ ਦੂਜੇ ਵੱਲ ਵੀ ਲੈ ਕੇ ਜਾ ਰਿਹਾ, ਇਕਨੋਮਿਕ ਡਿਵੈਲਪਮੈਂਟ ਵੱਲ ਵੀ ਲੈ ਕੇ ਜਾ ਰਿਹਾ। ਥੋੜ੍ਹਾ ਜਿਹਾ ਤੁਸੀਂ ਰਿਲੇਟ ਕਰ ਰਹੇ ਪਾਓਗੇ, ਹੈ ਨਾ। ਤਾਂ ਇਹ ਸਿਰਫ ਡਿਵੈਲਪਡ ਇਕਨੋਮਿਕਸ ਲਈ ਜ਼ਿਆਦਾ ਅਪਲਾਈ ਹੁੰਦੀ ਹੈ। ਜਿਹੜੇ ਉਸ ਮਤਲਬ ਅਮਰੀਕਾ ਵਾਲੇ ਦੇਸ਼ ਹੈ ਨਾ, ਉਹਨਾਂ ਲੋਕਾਂ ਲਈ ਜ਼ਿਆਦਾ ਅਪਲਾਈ ਹੁੰਦਾ। ਉਹਨਾਂ ਦੇ ਉੱਥੇ GDP ਦਾ ਸਿਸਟਮ ਦੇਖੇ ਜਾਂਦੇ, ਕਿਉਂਕਿ ਉੱਥੇ ਰਿਸੋਰਸਿਸ ਪੂਰੇ ਨੇ, ਰਿਸੋਰਸਿਸ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਨੇ। ਆਪਣੇ ਉਹਦੇ ਰਿਸੋਰਸਿਸ ਪੂਰੇ ਨਹੀਂ ਹੈ, ਉਨੀ ਸਕਿੱਲ ਬੇਸ ਨਹੀਂ ਹੈ। ਓਕੇ, ਉਰੇ ਆਰਟਸ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ, ਉਰੇ ਸਰਵਿਸ ਨੂੰ ਵੀ ਮਹੱਤਵ ਦਿੱਤਾ ਜਾਂਦਾ। ਬਾਹਰਲੇ ਕੰਟਰੀਆਂ 'ਚ ਆਰਟਸ ਨੂੰ ਮਹੱਤਵ ਦਿੱਤਾ ਜਾਂਦਾ। ਸਮਝ ਗਏ। ਇਹ ਹਮੇਸ਼ਾ ਹੈਲਪਫੁਲ ਹੁੰਦਾ ਤੁਹਾਡੀ ਨੈਸ਼ਨਲ ਇਨਕਮ ਨੂੰ ਉੱਪਰ ਚੱਕਣ ਲਈ। ਮੈਂ ਇਹ ਨਹੀਂ ਕਹਿ ਰਿਹਾ ਕਿ ਮਾੜਾ ਹੈ, ਮਾੜਾ ਨਹੀਂ ਹੈ, ਬਟ ਓਵਰਆਲ ਡਿਵੈਲਪਮੈਂਟ ਲਈ ਨਹੀਂ ਹੈ, ਸ਼ੋਰਟ ਟਰਮ ਪਰਪਸ ਲਈ ਹੈ। ਅੱਜ ਹੈ, ਕੱਲ ਨਹੀਂ ਹੈ। ਓਕੇ, ਇਹ ਸਿਰਫ ਕੁਆਂਟੀਟਿਵ ਚੇਂਜਸ ਦਿਖਾਉਂਦਾ। ਸਮਝ ਗਏ। ਓਕੇ, ਹੁਣ ਆ ਜਾਂਦੇ ਗੱਲ ਇਕਨੋਮਿਕ ਡਿਵੈਲਪਮੈਂਟ ਦੀ। ਇਸ ਵਿੱਚ ਬੱਚਿਓ ਕੱਲੀ ਪ੍ਰੋਡਕਸ਼ਨ ਲੈਵਲ ਨਹੀਂ ਆਏਗਾ, ਪ੍ਰੋਡਕਸ਼ਨ ਲੈਵਲ ਦੇ ਨਾਲ ਜਿਹੜੀ ਆਪਾਂ GDP ਪੜ੍ਹੀ ਹੈ, GDP ਪਲੱਸ ਕਿੰਨਾ ਐਡਵਾਂਸਮੈਂਟ ਹੋਈ ਹੈ ਤੁਹਾਡੀ ਟੈਕਨੋਲੋਜੀ ਵਿੱਚ, ਦੈਨ ਕਿੰਨੇ ਬੱਚੇ ਹੋਰ ਪੜ੍ਹ ਲਿਖ ਪਾ ਰਹੇ ਨੇ, ਗਰੀਬੀ ਕਿੰਨੀ ਘਟੀ ਹੈ, ਤੁਹਾਡਾ ਸਟੈਂਡਰਡ ਆਫ ਲਿਵਿੰਗ ਕਿੰਨਾ ਅੱਛਾ ਵਧਿਆ। ਇਹ ਚੀਜ਼ਾਂ ਮੈਟਰ ਕਰ ਜਾਂਦੀਆਂ ਨੇ ਇਸ ਵਿੱਚ। ਸਮਝ ਗਏ। ਜਿਹੜੀ ਆਪਣੀ ਬਰਥ ਰੇਟ ਆ ਉਹ ਕਿੰਨਾ ਅੱਛਾ ਹੋਇਆ, ਲਿਟਰੇਸੀ ਰੇਟ ਕਿੰਨਾ ਅੱਛਾ ਹੋਇਆ, ਕਿਆ ਮਹਿਲਾਵਾਂ ਅੱਗੇ ਆਈਆਂ, ਉਹਨਾਂ ਨੂੰ ਇੰਪਾਵਰਮੈਂਟ ਕੀਤਾ ਗਿਆ। ਇਹ ਚੀਜ਼ਾਂ ਆਪਣੀਆਂ ਇਕਨੋਮਿਕ ਡਿਵੈਲਪਮੈਂਟ 'ਚ ਆ ਜਾਂਦੀਆਂ। ਇਹ ਕੋਈ ਚੁਟਕੀ ਬਜਾਏ ਖੇਲ ਨਹੀਂ ਹੈ। ਇਹ ਅੱਜ ਇਨਵੈਸਟ ਕਰੋਗੇ ਤਾਂ ਲੰਬੇ 25 ਸਾਲ 30 ਸਾਲ, ਹੈ ਨਾ, ਮੋਸਟਲੀ ਮੈਂ ਕਹਾਂ ਤਾਂ 15 ਸਾਲ ਵਿੱਚ ਸਾਨੂੰ ਅਸਰ ਦਿਖਣਾ ਸਟਾਰਟ ਹੋ ਜਾਂਦਾ। ਇਹ ਕਹਿੰਦੇ ਲੌਂਗ ਟਰਮ ਪ੍ਰੋਸੈਸ ਹੈ। ਇਹਨੂੰ ਕਹਿੰਦੇ ਡਿਵੈਲਪਿੰਗ ਇਕਨੋਮਿਕਸ ਲਈ ਜ਼ਿਆਦਾ ਯੂਜ਼ ਕੀਤਾ ਜਾਂਦਾ। ਫੋਰ ਐਗਜ਼ਾਮਪਲ ਇੰਡੀਆ, ਆਪਣੇ ਇੰਡੀਆ 'ਚ ਇਕਨੋਮਿਕ ਡਿਵੈਲਪਮੈਂਟ ਵੱਲ ਵੀ ਧਿਆਨ ਦਿੱਤਾ ਜਾਂਦਾ, ਮਗਰ ਸਾਡਾ ਜਿਹੜਾ ਸੈਂਟਰਲ ਇਕੋਨਮੀ ਹੈ ਉਸ ਦੀ ਮਹੱਤਤਾ ਜਾਂ ਨੋਰਮਲ ਓਵਰਆਲ ਆਪਣੇ ਅੱਖਾਂ 'ਚ ਕੀ ਚੱਲ ਰਿਹਾ ਹੁੰਦਾ, GDP ਚੱਲ ਰਿਹਾ ਹੁੰਦਾ। GDP ਮੈਂ ਤੁਸੀਂ ਇਹ ਤਾਂ ਦੇਖ ਲਓ, GDP ਭਾਵੇਂ ਜਿੰਨੀ ਮਰਜ਼ੀ ਅੱਗੇ ਵਧਦੀ ਜਾਵੇ, ਕਿਆ ਉਸ ਨਾਲ ਮਤਲਬ ਬੈਲੈਂਸ ਕਰ ਰਹੇ ਕਿ ਸਾਡੀ ਲੋਕੀ ਉੱਪਰ ਉੱਠ ਪਾ ਰਹੇ ਨੇ, ਜਾਂ ਸਾਰਾ ਜ਼ਿਆਦਾ ਪੈਸਾ ਸਾਡਾ ਅਮੀਰ ਲੋਕੀ ਲੈ ਕੇ ਜਾ ਰਹੇ ਨੇ, ਅਬਾਨੀ ਡਾਨੀ ਲੈ ਕੇ ਜਾ ਰਹੇ ਨੇ। ਸਮਝ ਗਏ। ਸੋ ਇਸ ਵਿੱਚ ਇਹ ਬਰੋਡ ਕੰਸੈਪਟ ਹੈ, ਇਹ ਬਰੋਡ ਕੰਸੈਪਟ ਹੈ। ਇਸ ਵਿੱਚ GDP ਵੀ ਆ ਜਾਂਦੀ ਹੈ ਅਤੇ ਓਵਰਆਲ ਡਿਵੈਲਪਮੈਂਟ ਵੀ ਆ ਜਾਂਦੀ ਹੈ। ਕੁਆਲਿਟੇਟਿਵ ਅਤੇ ਕੁਆਂਟੀਟਿਵ ਦੋਨੋਂ ਚੇਂਜਸ ਆ ਜਾਂਦੀਆਂ ਉਸ ਵਿੱਚ। ਠੀਕ ਹੈ, ਕੰਟੀਨਿਊ ਪ੍ਰੋਸੈਸ ਹੈ, ਇਸ ਨੂੰ ਤੁਸੀਂ ਰੋਕ ਨਹੀਂ ਸਕਦੇ, ਤੁਹਾਨੂੰ ਕੰਟੀਨਿਊ ਇਨਵੈਸਟਮੈਂਟ ਕਰਨੀ ਪਏਗੀ। ਇਹਦੇ ਲਈ ਫਿਰ ਗਵਰਨਮੈਂਟ ਸਕੀਮਸ ਲੈ ਕੇ ਆਉਂਦੀ ਹੈ, ਤੁਸੀਂ ਦੇਖਦੇ ਹੋਣੇ, ਕਰ ਪਾ ਰਹੇ ਹੋ ਨਾ ਰਿਲੇਟ, ਤਾਂ ਤੁਹਾਨੂੰ ਇਸ ਤਰ੍ਹਾਂ ਦਾ MCQs ਆ ਗਿਆ, ਰੀਕਾਲ ਕਰ ਲਓਗੇ। ਬਸ ਇਹੀ ਤਾਂ ਮੇਰੀ ਮਤਲਬ ਇੱਕ ਤਰ੍ਹਾਂ ਦੀ ਹੋ ਰਹਿੰਦੀ ਹੈ ਕਿ ਤੁਸੀਂ ਬੱਚਿਓ MCQs ਦੇ ਬਾਅਦ ਰੀਕਾਲ ਕਰ ਪਾਓ, ਤੁਸੀਂ ਇਹ ਜਾਣ ਸਕੋ ਕਿ ਰੱਟਾ ਨਹੀਂ ਝਾੜਨਾ ਆਪਾਂ ਨੇ, ਇਕਨੋਮਿਕ ਗਰੋਥ ਕੀ ਹੈ ਅਤੇ ਇਕਨੋਮਿਕ ਡਿਵੈਲਪਮੈਂਟ ਕੀ ਹੈ। ਸੋ ਥੈਂਕ ਯੂ ਵੈਰੀ ਮਚ।